ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਬਾਣੀ ਦੇ ਅੰਤ ਵਿੱਚ ਇਹ ਸ਼ਲੋਕ ਉਚਾਰਨ ਕੀਤਾ। ਇਸ ਸ਼ਲੋਕ ਬਾਰੇ ਪੰਥ ਵਿੱਚ ਕਈ ਵਿਚਾਰਾਂ ਹਨ। ਜਿਵੇਂ ਕਿ ਇਹ ਸ਼ਲੋਕ ਮਾਝ ਦੀ ਵਾਰ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਕਰਕੇ ਲਿਖਿਆ, ਕੇਵਲ ਇੱਕ ਦੋ ਸ਼ਬਦਾਂ ਦਾ ਭੇਦ ਹੈ। ਕਹਿਣ ਤੋਂ ਭਾਵ ਸ਼ਲੋਕ ਉਹੋ ਹੀ, ਪਰ ਉਹਦੇ ਵਿੱਚ ਕੁਝ ਅੰਤਰ ਹਨ। ਤਾਂ ਅਸੀਂ ਇਸ ਸ਼ਲੋਕ ਤੋਂ ਉਹ ਪ੍ਰੇਰਨਾ, ਉਹ ਸਿੱਖਿਆ ਲੈਣ ਦਾ ਯਤਨ ਕਰਨਾ। ਸਭ ਤੋਂ ਪਹਿਲਾਂ ਸ਼ਲੋਕ ਦੇ ਕੱਕੇ ਨੂੰ ਔਂਕੜ ਹੈ। ਇਹ ਨਿਯਮ ਹੈ ਗੁਰਬਾਣੀ ਦਾ, ਜੇ ਇੱਕ ਸ਼ਲੋਕ ਹੈ ਤਾਂ ਕੱਕੇ ਨੂੰ ਔਂਕੜ ਹੋਏਗਾ। ਜੇ ਕਈ ਸ਼ਲੋਕ ਹਨ ਤਾਂ ਫਿਰ ਸ਼ਲੋਕ ਦਾ ਕੱਕਾ ਮੁਕਤਾ ਹੋਏਗਾ। ਇਹ ਇੱਕ ਵਚਨ ਬਣਾਉਣ ਦਾ ਤਰੀਕਾ ਹੈ। ਇੱਕ ਵਚਨ ਤੋਂ ਪਲੂਰਲ ਬਹੁਵਚਨ ਬਣਾਉਣਾ ਹੋਵੇ ਤੇ ਔਂਕੜ ਹਟ ਜਾਏਗਾ। ਪਾਤਸ਼ਾਹ ਨੇ ਸੰਸਾਰ ਦੇ ਇਸ ਸਾਰੇ ਨਾਟਕ ਨੂੰ, ਇੱਕ ਸਾਰੇ ਖੇਲ ਤਮਾਸ਼ੇ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਵਨ ਕਹਿੰਦੇ ਨੇ ਹਵਾ ਨੂੰ, ਜਿਸ ਨੂੰ ਅਸੀਂ ਸਵਾਸ ਵੀ ਕਹਿੰਦੇ ਹਾਂ। ਗੁਰੂ ਸ਼ਬਦ ਦੇ ਅੱਖਰੀ ਅਰਥ ਨੇ, ਜੋ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ। ਕੁਝ ਲੋਕਾਂ ਦਾ ਸੁਭਾਵ ਦੇਖਿਆ ਕਿ ਉਹ ਬਾਣੀ ਦੇ ਸਿਧਾਂਤਕ ਪੱਖ ਨੂੰ ਕਦੇ ਵੀ ਵਿਚਾਰਨ ਦਾ ਯਤਨ ਨਹੀਂ ਕਰਦਾ। ਉਹ ਇਹ ਕਹਿੰਦੇ ਸੁਣੇ ਜਾਂਦੇ ਨੇ, ਉਹ ਜੀ ਪਵਨ ਗੁਰੂ ਹੈ, ਫਿਰ ਹੋਰ ਗੁਰੂ ਦੀ ਕੀ ਲੋੜ ਹੈ। ਉਹ ਅਗਲੀ ਪਿਛਲੀ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰਦਾ। ਇਹੋ ਜਿਹੇ ਲੋਕਾਂ ਦੀ ਬੁੱਧੀ ਉੱਤੇ ਤਰਸ ਵੀ ਆਉਂਦਾ ਹੈ ਕਿ ਤੁਸੀਂ ਸਾਰੇ ਸ਼ਲੋਕ ਨੂੰ, ਸਾਰੇ ਸ਼ਬਦ ਨੂੰ ਪੜ੍ਹੋ, ਵਿਚਾਰੋ, ਫਿਰ ਤੁਹਾਨੂੰ ਸਮਝ ਆਵੇਗੀ। ਇਸੇ ਤਰ੍ਹਾਂ ਜਿਹੜੇ ਸਵਾਰਥੀ ਲੋਕ ਨੇ, ਉਹ ਵੀ ਗੁਰਬਾਣੀ ਨਾਲ ਇਹ ਬੇਇਨਸਾਫੀ ਕਰਦੇ ਹਨ। ਗੁਰਬਾਣੀ ਨਾਲ ਤੇ ਕੀ ਬੇਇਨਸਾਫੀ ਕਰਨੀ, ਉਹ ਆਪਣੇ ਆਪ ਨਾਲ ਬੇਇਨਸਾਫੀ ਕਰਦੇ। ਆਹ ਵੇਖੋ ਜੀ, ਇੱਥੇ ਆ ਲਿਖਿਆ, ਇੱਥੇ ਉਹ ਲਿਖਿਆ। ਹਰ ਸ਼ਬਦ ਦੇ ਅੰਦਰ ਇੱਕ ਡੂੰਘਾ ਭਾਵ ਹੈ, ਔਰ ਹਰ ਸ਼ਬਦ ਗੁਰੂ ਦਾ ਪੂਰਨ ਉਪਦੇਸ਼ ਹੈ। ਉਸ ਪੂਰਨ ਉਪਦੇਸ਼ ਨੂੰ ਸਮਝਣ ਵਾਸਤੇ ਸਾਨੂੰ ਸਾਰੇ ਸ਼ਬਦ ਦਾ ਪਾਠ ਕਰਨਾ ਅਤੇ ਉਹਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਫਿਰ ਹੀ ਸਾਨੂੰ ਨਿਰਣੈਜਨਕ ਰਸਤਾ ਮਿਲ ਸਕਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਪਵਨ ਗੁਰੂ ਕਿਉਂ ਕਿਹਾ? ਪਵਨ ਗੁਰੂ ਇਸ ਲਈ ਕਿਹਾ ਹੈ ਕਿ ਜਿਸ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ, ਉਹ ਕੁਝ ਬੋਲੇਗਾ, ਔਰ ਉਹਦੇ ਬੋਲੇ ਹੋਏ ਬੋਲ ਸਰੋਤਿਆਂ ਦੇ ਕੰਨਾਂ ਨਾਲ ਜਾ ਕੇ ਟਕਰਾਉਣਗੇ, ਉਹਨਾਂ ਨੂੰ ਗਿਆਨ ਆਵੇਗਾ। ਇੱਥੇ ਤੀਕਰ ਪਵਨ ਨੂੰ ਅਸੀਂ ਗੁਰੂ ਦਾ ਦਰਜਾ ਦਿੰਦੇ ਹਾਂ। ਜੇ ਕਿਸੇ ਦੇ ਸਰੀਰ ਵਿੱਚ ਪਵਨ ਹੀ ਨਹੀਂ, ਸਵਾਸ ਹੀ ਨਹੀਂ, ਉਹ ਬੋਲੇਗਾ ਕਿਵੇਂ ਤੇ ਸਮਝਾਏਗਾ ਕਿਵੇਂ? ਇਸ ਲਈ ਗੁਰਦੇਵ ਕਹਿੰਦੇ ਨੇ ਪਵਨ ਗੁਰੂ, ਇਹ ਮਾਨੋ ਗੁਰੂ ਰੂਪ ਹੈ। ਪਾਣੀ ਪਿਤਾ, ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ, ਔਰ ਧਰਤੀ ਨੂੰ ਵੱਡੀ ਮਾਂ ਦਾ ਦਰਜਾ ਦਿੱਤਾ। ਧਰਤੀ ਮਾਂ ਤੇ ਜੇ ਪਾਣੀ ਪਿਤਾ ਨਾ ਬਰਸੇ, ਇਸ ਧਰਤੀ ਮਾਂ ਵਿੱਚੋਂ ਕੁਝ ਵੀ ਪੈਦਾ ਨਹੀਂ ਹੋ ਸਕਦਾ। ਸਾਰਾ ਕੁਝ ਸੁੱਕ ਸੜ ਜਾਏਗਾ। ਇਸ ਲਈ ਪਾਣੀ ਪਿਤਾ ਰੂਪ ਹੈ,
और माता धरत महत, धरती वड्डी माँ है। एक छोटी माँ है ਜਿਹੜੀ ਆਪਣੇ ਛੋਟੇ ਜਿਹੇ ਪਰਿਵਾਰ ਨੂੰ, ਆਪਣੇ ਪੁੱਤਰਾਂ ਨੂੰ, ਧੀਆਂ ਨੂੰ, ਬੱਚਿਆਂ ਨੂੰ ਪਾਲਦੀ ਹੈ, ਉਹ ਵੀ ਮਾਂ ਹੈ। ਉਹਦਾ ਵੀ ਦਰਜਾ ਬਹੁਤ ਉੱਚਾ ਹੈ। ਪਰ ਧਰਤੀ ਬਹੁਤ ਵੱਡੀ ਮਾਂ ਹੈ, ਜਿਹੜਾ ਸਾਰੇ ਜੀਵਾਂ ਦਾ ਪਾਲਣ ਪੋਸ਼ਣ ਕਰਦੀ ਹੈ, ਸਭ ਨੂੰ ਖਾਣ ਪੀਣ ਲਈ ਦਿੰਦੀ ਹੈ, ਸਭ ਦੀ ਸੰਭਾਲ ਕਰਦੀ ਹੈ। तो गुरु पातशाह ने एक नक्शा उलीक के समझाया, पवन गुरु पानी पिता माता धरत महत। महत तो मतलब है वड्डी मां। फिर दिवस रात दोए दाई दाया। देखो शुद्ध उच्चारण करन दी गल असीं सारे करदे सुनते हैं, पर जे विश्राम ठीक ना लगेगा तो अर्थ बदल जाए, लय बदल जाएगी। तो इसलिए विश्राम का ठीक लगना ये शुद्धता दे जामन है, शुद्धता की अगवाई करता हूँ। तो दिवस रात दोए, दोए तो मतलब दो दिन ते रात दोवें उस परमात्मा की रचना विच दाई दाया। दाई भी तुसी जानते हो, दाया भी जानते हो। दाई खड़ावी, दाया खड़ावा, स्त्रीलिंग ते पुलिंग है। परमात्मा ने दिन अते रात जो है ये दाई ते दाया, खड़ावी ते खड़ावा बनाए हैं। खेलै सगल जगत। कुछ लोग हठ करते हैं, नहीं जिन्हों जगत पढ़ो, चलो जगत पढ़ लो। पर कविता का तुकांत मेलण वास्ते, जिसनों काफिया रदीफ कहते हैं, ਉਹਦੇ ਵਿੱਚ महत ਦੇ ਨਾਲ जगत का मेल है। इसलिए कोई ਇਹਦੇ ਚ दोष नहीं ਹੁੰਦਾ। पर मैं देखिया कुछ ऐसे सज्जन भी मिल जाते हैं, उत्ते ते महत पढ़न ਲਈ सहमत ने, पर जगत ਨੂੰ जगत पढ़न ਤੇ जोर ਦਿੰਦੇ ਨੇ। जे महत ਦੇ ਨਾਲ काफिया रदीफ मिलाਉਣਾ तो जगत भी पढ़ना पवे। अर्थ जगत ही हैं। तो पातशाह कहते ने परमात्मा की इस बेअंत रचना के अंदर पवन गुरु पानी पिता माता धरत महत, दिवस रात दोए दाई दाया, खेलै सगल जगत। ये सारा जगत, ये सारा संसार इन्हां दोवां दे हत्थां विच खेड रहा। दिने काम करता है, मेहनत करता है, रात नूं थापड़ के सुआ दिता जाता है, भई मेरे बच्चे काम करते थक गए ने, हुण सौ जान, आराम कर लें। जे रात ना हुंदी लोग तां काम कर करके मर जाते। ये वाहिगुरू ने ऐसा प्रबंध किया कि दिवस रात दोए दाई दाया, खेलै सगल जगत। पर हुण पातशाह अपनी उस असल गल वल आउंदे ने। चंगे आईयां बुरे आईयां वाचै धर्म हदूर। हर मनुख चंगे काम भी करता है ते बुरे भी करता। गुरु नानक पातशाह जी फरमा रहे ने, भाई जेहो जे चंगे या माड़े काम असीं करते हैं वो सारे लिखे जा रहे हैं, और वो साडी जिहड़ी लिखत है वो साडे नाल जाएगी। जपजी साहब च पहला भी कई बार इस ते चर्चा विचार हो चुकी है। आपे बीज आपे ही खा, तथा कर्मी कर्मी होए विचार, सच्चा आप सच्चा दरबार। मैं कहना जे बच्चे नूं ये डर ना होवे कि मेरी परीक्षा होनी है, फिर तो पढ़े ही ना, फिर तो मेहनत करे ही ना। ये जिहड़ी परीक्षा का भय है ये उसनूं मेहनत करने लई प्रेरदा है। इसे तरह जदों मनुख प्राणी मात्र नूं ये ध्यान होवे कि जो कुछ मैं कर रहा हाँ इहदा मैनूं हिसाब भी देना पैना। बाणी च लिखिया है कि धर्म राह जब लेखा मंगे। जदों वो लेखा मंगेगा, हिसाब किताब करेगा, बैठा कढ़ वही,
फिर तो उत्थे दसना पवेगा। इसलिए चंगियाइयां बुरियाइयां वाचै धर्म हदूर। हालांकि श्लोक कई बार पढ़िया जाता पर बहु गिणती इहनूं वाजा ही पढ़ती है। वाचै शब्द है, वाचना हुंदा पढ़ के सुनाउणा, वाचना हुंदा उसनूं चंगी तरह विचारना। मनुख दे कीते होए कम्मां दी लिस्ट जो है, चंगियाइयां ते बुरियाइयां दा जो लेखा है, धर्म राजा हदूर उस वागुरू दी दरगाह विच पढ़ के सुनाएगा। ते करमी आपो अपनी के नेड़े के दूर। असी कह दिंने हाँ कि जी रब ने साडे नाल बेइंसाफी की। पातशाह कहते नहीं, करमी आपो अपनी, अपने अपने कीते हुए कर्मां अनुसार के नेड़े के दूर। हुण इत्थे भी मैं देखता कई पढ़ते हैं क्या नेड़े क्या दूर, कोई पढ़ता कै नेड़े कै दूर। नहीं, के नेड़े के दूर, के दा मतलब कुछ अपने अपने कीते हुए कर्मां दे अनुसार कुछ परमेश्वर दे नेड़े हो जाते। देखो बच्चे ते सारे माँ बाप दे बच्चे हैं, पर ਜਿਹੜੇ ਬੱਚੇ ਆਗਿਆਕਾਰੀ ਹੁੰਦੇ ਨੇ, ਜਿਹੜੇ ਬੱਚੇ ਮਾਤਾ ਪਿਤਾ ਦਾ ਮਨ ਨਹੀਂ ਦੁਖਾਉਂਦੇ, ਜਿਹੜੇ ਉਹਨਾਂ ਦੀ ਇੱਛਾ ਅਨੁਸਾਰ ਚੱਲਦੇ ਨੇ, ਮਾਤਾ ਪਿਤਾ ਉਹਨਾਂ ਲਈ ਇੱਕ ਵੱਖਰਾ ਪਿਆਰ, ਇੱਕ ਵੱਖਰਾ ਸਨੇਹ ਪ੍ਰਗਟ ਕਰਦੇ ਨੇ। ਇਹ ਨਹੀਂ ਕਹਿੰਦੇ ਕਿ ਦੂਸਰੇ ਮੇਰੇ ਬੱਚੇ ਨਹੀਂ, ਪਰ ਇਹ ਗੱਲ ਤੇ ਸਾਡੀ ਸਮਝ ਵਿੱਚ ਆਉਂਦੀ ਹੈ ਨਾ ਕਿ ਜਿਹੜੇ ਆਗਿਆਕਾਰੀ ਹੁੰਦੇ ਨੇ, ਜਿਹੜੇ ਮਾਤਾ ਪਿਤਾ ਨੂੰ ਕਦੇ ਉਲਾਂਭਾ ਨਹੀਂ ਦਿਵਾਉਂਦੇ, ਉਹਨਾਂ ਨੂੰ ਮਾਤਾ ਪਿਤਾ ਵਿਸ਼ੇਸ਼ ਤੌਰ ਤੇ ਪਿਆਰ ਕਰਦੇ ਨੇ। ਤੋ ਗੁਰਦੇਵ ਕਹਿੰਦੇ ਨੇ ਭਾਈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਹਦੂਰ ਦੇ ਰਾਰੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਹਜ਼ੂਰੀ ਵਿੱਚ, ਕਚਹਿਰੀ ਵਿੱਚ, ਉਹਦੇ ਦਰਬਾਰ ਵਿੱਚ ਜੀਵ ਦੀਆਂ ਕੀਤੀਆਂ ਹੋਈਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਧਰਮ ਰਾਜਾ ਪੜ੍ਹ ਕੇ ਸੁਣਾਉਂਦਾ ਹੈ। ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਆਪਣੇ ਕੀਤੇ ਕਰਮਾਂ ਅਨੁਸਾਰ ਕੁਝ ਮਾਲਕ ਦੇ ਨੇੜੇ ਹੋ ਜਾਂਦੇ ਨੇ, ਕੁਝ ਦੂਰ ਹੋ ਜਾਂਦੇ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਪਾਤਸ਼ਾਹ ਸਾਰੇ ਸਵਾਲਾਂ ਦੇ ਜਵਾਬ ਦਿੰਦੇ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ, ਜਿਹਾ ਬੀਜੈ ਸੋ ਲੁਣੇ, ਕਰਮਾਂ ਸੰਦੜਾ ਖੇਤ। ਇਤਨੀਆਂ ਸੁਖੈਨ ਮਿਸਾਲਾਂ ਦਿੱਤੀਆਂ ਨੇ ਜਿਹੜੀਆਂ ਸਧਾਰਨ ਤੋਂ ਸਧਾਰਨ ਬੰਦੇ ਨੂੰ ਸਮਝ ਵਿੱਚ ਆ ਸਕਦੀਆਂ। ਕਦੇ ਐਸਾ ਨਹੀਂ ਹੋਇਆ ਕਿ ਆਪਾਂ ਨੇ ਕਣਕ ਬੀਜੀ ਹੋਵੇ ਤੇ ਛੋਲੇ ਉਗ ਪੈਣ। ਕਦੇ ਐਸਾ ਨਹੀਂ ਹੋਇਆ ਕਿ ਕੋਈ ਹੋਰ ਜਿਨਸ ਬੀਜੀ ਹੋਵੇ ਤੇ ਹੋਰ ਉਗ ਪਵੇ। ਬਸ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਜਿਹੋ ਜਿਹੇ ਕਰਮ ਰੂਪੀ ਬੀਜ ਅਸੀਂ ਬੀਜਦੇ ਹਾਂ, ਜਿਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ। ਸਰੀਰ ਮਾਨੋ ਖੇਤ ਹੈ, ਇਹਦੇ ਵਿੱਚ ਜੋ ਅਸੀਂ ਕਰਮ ਰੂਪੀ ਬੀਜ ਬੀਜਦੇ ਹਾਂ ਉਹ ਉਗਦੇ ਹਨ। ਪਰ ਸਾਡੀ ਸੰਸਾਰੀ ਲੋਕਾਂ ਦੀ ਬਿਰਤੀ ਵੱਲ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਵਿੱਚ ਵੀ ਫਰਮਾਇਆ, ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਇਹਨਾਂ ਲੋਕਾਂ ਦਾ ਇਨਸਾਫ ਦੇਖੋ, ਬੀਜਦੇ ਜ਼ਹਿਰ ਨੇ ਤੇ ਚਾਹੁੰਦੇ ਅੰਮ੍ਰਿਤ ਨੇ। ਭਗਤ ਫਰੀਦ ਜੀ ਵੀ ਕਹਿੰਦੇ ਹਨ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਇਂਦਾ, ਪੈਦਾ ਲੋੜੈ ਪੱਟ। ਹੱਥ ਵਿੱਚ ਤੇ ਭੇਡਾਂ ਦੀ ਉੱਨ ਲਈ ਫਿਰਦਾ, ਚਾਹੁੰਦਾ ਮੈਂ ਰੇਸ਼ਮ ਦੇ ਕੱਪੜੇ ਪਾਵਾਂ। ਬੀਜਦਾ ਤੇ ਕਿੱਕਰ ਹੈ, ਪਰ ਚਾਹੁੰਦਾ ਕਿ ਮੈਂ ਬਿਜੌਰ ਦੇਸ਼ ਦੀਆਂ ਦਾਖਾਂ ਖਾਵਾਂ। ਤੋ ਸੱਚਮੁੱਚ ਗੁਰਦੇਵ ਸਾਨੂੰ ਸਾਵਧਾਨ ਕਰਦੇ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਬਈ ਆਪਣੇ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਕੁਝ ਨੇੜੇ ਹੋ ਜਾਂਦੇ ਹਨ, ਕੁਝ ਦੂਰ ਹੋ ਜਾਂਦੇ।
ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਇਹਨੂੰ ਜਿੰਨੀ ਨਹੀਂ ਕਹਿਣਾ, ਥੋੜਾ ਜਿਨੀ ਭਾਰਾ ਕਰਕੇ ਜਿਨੀ ਨਾਮ ਧਿਆਇਆ। ਜਿਨ੍ਹਾਂ ਪ੍ਰਾਣੀਆਂ ਨੇ, ਜਿਨ੍ਹਾਂ ਗੁਰਮੁਖਾਂ ਨੇ ਉਸ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਸਿਮਰਿਆ, ਚੇਤੇ ਕੀਤਾ। ਗਏ ਮਸ਼ੱਕਤ ਕਾਲ। ਹੁਣ ਕਈ ਵਾਰੀ ਗੁਰਬਾਣੀ ਵਿੱਚ ਕੁਝ ਦੂਜੀਆਂ ਭਾਸ਼ਾਵਾਂ ਦੇ ਅੱਖਰ ਵੀ ਆਉਂਦੇ ਨੇ, ਸਾਨੂੰ ਨਾ ਪਤਾ ਹੋਣ ਕਰਕੇ। ਕਈ ਵਾਰੀ ਅਸੀਂ ਆਪ ਟਪਲਾ ਖਾਂਦੇ ਹਾਂ ਤੇ ਕਈ ਵਾਰੀ ਅਨਪੜ੍ਹੇ ਅਧ ਘੜੇ ਲੋਕ ਸਾਨੂੰ ਟਪਲਾ ਲਾ ਜਾਂਦੇ ਨੇ। ਅੱਜ ਸਵੇਰੇ ਇੱਕ ਨੌਜਵਾਨ ਮਿਲੇ, ਬਾਬਾ ਜੀ ਇਹ ਮਸਕਤ ਹੈ ਕਿ ਮਸ਼ੱਕਤ ਹੈ? ਬਾਣੀ ਵਿੱਚ ਭਾਵੇਂ ਕਈ ਹੋਰ ਜਗ੍ਹਾ ਵੀ ਆਇਆ, ਮਸ਼ੱਕਤ ਲਹੁ ਮਜੂਰੀਆਂ। ਮਸ਼ੱਕਤ ਦਾ ਮਤਲਬ ਹੈ ਮਿਹਨਤ ਕਰਨੀ, ਘਾਲਣਾ ਕਰਨੀ। ਇਹ ਅਰਬੀ ਫਾਰਸੀ ਦਾ ਸ਼ਬਦ ਹੈ। ਤੋ ਪਾਤਸ਼ਾਹ ਕਹਿੰਦੇ ਨੇ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਸਿਮਰਿਆ, ਯਾਦ ਕੀਤਾ ਹੈ, ਉਹ ਘਾਲਣਾ ਕਾਲ ਕੇ ਗਏ ਹਨ। ਤੇ ਜਿਹੜੇ ਇਸ ਤਰ੍ਹਾਂ ਦੀ ਘਾਲਣਾ ਕਾਲ ਕੇ ਗਏ ਹਨ, ਨਾਨਕ ਤੇ ਮੁਖ ਉਜਲੇ। ਇਹਨੂੰ ਨਾਨਕ ਤੇ ਨਹੀਂ ਕਹਿਣਾ, ਨਾਨਕ ਤੇ ਰੁਕਣਾ ਹੈ। ਨਾਨਕ ਜੀ ਫਰਮਾਉਂਦੇ ਹਨ ਤੇ ਮੁਖ ਉਜਲੇ। ਹੁਣ ਅਸੀਂ ਭਲੀ ਭਾਂਤ ਜਾਣਦੇ ਹਾਂ ਮੂੰਹ ਉਜਲਾ ਕਿਵੇਂ ਹੁੰਦਾ ਤੇ ਕਾਲਾ ਕਿਵੇਂ ਹੁੰਦਾ। ਜਦੋਂ ਕੋਈ ਗਲਤ ਕੰਮ ਕਰਦਾ ਹੈ ਤੇ ਸਿਆਣੇ ਉਹਨੇ ਮੂੰਹ ਕਾਲਾ ਕਰ ਲਿਆ, ਉਹਦਾ ਮੂੰਹ ਕਾਲਾ ਹੋ ਗਿਆ। ਇਹਦਾ ਮਤਲਬ ਉੱਥੇ ਕਾਲਖ ਕੋਈ ਬਜ਼ਾਰਾ ਤਾਂ ਉੱਥੇ ਨਹੀਂ ਲੱਗੀ, ਪਰ ਉਹ ਗਲਤ ਕੰਮ ਕਰਨਾ ਜਿਹੜਾ ਉਹ ਮਾਨੋ ਕਾਲਖ ਹੈ। ਤੇ ਮਾੜੇ ਕੰਮ ਨਾ ਕਰਨੇ, ਉਹ ਹੈ ਆਪਣੇ ਆਪ ਨੂੰ ਉਜਲਾ ਕਰਨ ਦਾ ਤਰੀਕਾ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚੋਂ ਭਾਈ ਜੋਧ ਜੀ, ਜੋ ਖਡੂਰ ਪਿੰਡ ਦੇ ਰਹਿਣ ਵਾਲੇ ਸਨ, ਉਹ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਸਨ। ਉਸ ਬਾਣੀ ਦੀ ਇਹ ਪੌੜੀ ਸੀ ਕਿ ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਦ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜੋ ਸਾਹਿਬ ਨਾਲ ਨਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਇਹ ਸ਼ਬਦ, ਇਹ ਪੰਕਤੀਆਂ ਭਾਈ ਜੋਧ ਦੇ ਮੁਖਾਰਬਿੰਦ ਤੋਂ ਭਾਈ ਲਹਿਣਾ ਜੀ ਨੇ ਸੁਣਿਆ। ਉਸ ਵੇਲੇ ਤੀਕਰ ਉਹ ਦੇਵੀ ਦੇ ਪੁਜਾਰੀ ਸਨ, ਦੇਵੀ ਦੀਆਂ ਭੇਟਾਂ ਗਾਉਂਦੇ ਤੇ ਸੁਣਦੇ ਸਨ। ਪਰ ਜਦੋਂ ਉਹਨਾਂ ਨੇ ਅੰਮ੍ਰਿਤ ਬਾਣੀ ਦੇ ਬੋਲ ਸੁਣੇ, ਉਹਨਾਂ ਦੇ ਅੰਦਰ ਖਿੱਚ ਪੈਦਾ ਹੋ ਗਈ। ਲੰਬੀ ਸਾਖੀ ਨਾ ਕਰਾਂ, ਉਹਨਾਂ ਨੇ ਇਹ ਪ੍ਰੇਰਨਾ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਨਿਹਾਲ ਹੋਏ। ਤੇ ਫਿਰ ਉਹਨਾਂ ਨੇ ਆਪਣੇ ਜੀਵਨ ਦਾ ਬਾਕੀ ਸਾਰਾ ਸਮਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਤੀਤ ਕੀਤਾ। ਤੇ ਉਹ ਘਾਲਣਾ ਘਾਲੀ, ਉਹ ਮਸ਼ੱਕਤ ਕੀਤੀ ਕਿ ਉਹ ਆਪ ਹੀ ਤਰੇ, ਹੋਰਨਾਂ ਨੂੰ ਤਾਰਨ ਦੇ ਯੋਗ ਹੋ ਗਏ। ਸੱਤਾ ਬਲਵੰਤ ਜੀ ਤਾਂ ਹੀ ਕਹਿੰਦੇ ਹਨ, ਲੈਣੇ ਦੀ ਫੇਰ ਆਈ ਹੈ, ਨਾਨਕਾ ਦੋ ਹੀ ਖੱਟੀ ਹੈ। ਖਰਚੇ ਦਿੱਤ ਖਸਮ ਦੀ, ਆਪ ਖਾਧੀ ਖੈਰ ਦਬੱਟੀ ਹੈ। ਗੁਰੂ ਅੰਗਦ ਦੇਵ ਜੀ ਨੇ ਆਪ ਤੇ ਉਸ ਦਾ ਆਨੰਦ ਮਾਣਿਆ, ਫਿਰ ਦੂਜੇ ਲੋਕਾਂ ਨੂੰ ਵੀ ਦੱਬ ਕੇ ਖੈਰ ਦਿੱਤੀ, ਝੋਲੀਆਂ ਭਰ ਦਿੱਤੀਆਂ। ਤੋ ਗੱਲ ਕੀ ਮਿਸਾਲ ਦੇ ਤੌਰ ਤੇ ਇਹੋ ਜਿਹੀਆਂ ਅਨੇਕਾਂ ਮਿਸਾਲਾਂ ਤੁਹਾਨੂੰ ਆਪਣੇ ਇਰਦ ਗਿਰਦ ਵਿੱਚੋਂ ਮਿਲਦੀਆਂ ਨੇ। ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਗਏ ਮਸ਼ੱਕਤ ਕਾਲ। ਘਾਲਣਾ ਕਾਲ ਕੇ ਗਏ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਨਾਨਕ ਜੀ ਫਰਮਾਉਂਦੇ ਨੇ ਤੇ ਮੁਖ ਉਜਲੇ, ਉਹ ਮੁਖ ਉਜਲੇ ਹੋ ਗਏ, ਉਹ ਮੁਖ ਸੁਰਖਰੂ ਹੋ ਗਏ। ਬਾਣੀ ਵਿੱਚ ਦੋ ਅੱਖਰ ਆਉਂਦੇ ਨੇ, ਸੁਰਖਰੂ ਤੇ ਜ਼ਰਦਰੂ। ਜ਼ਰਦਰੂ ਦਾ ਹੁੰਦਾ ਹੈ ਜਿਨ੍ਹਾਂ ਦੇ ਚਿਹਰੇ ਪੀਲੇ ਭੂਖ ਹਨ, ਤੇ ਸੁਰਖਰੂ ਦਾ ਮਤਲਬ ਹੈ ਜਿਨ੍ਹਾਂ ਦੇ ਚਿਹਰੇ ਲਾਲੋ ਲਾਲ ਹਨ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਚਿਹਰੇ ਲਾਲੋ ਲਾਲ ਹਨ, ਉਹ ਉਜਲੇ ਹਨ।
ਔਰ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੀ ਛੋਹ ਪ੍ਰਾਪਤ ਕਰਕੇ ਅਨੇਕਾਂ ਹੀ ਹੋਰ ਤਰ ਜਾਂਦੇ ਹਨ, ਬਚ ਜਾਂਦੇ ਹਨ ਇਹਨਾਂ ਵਿਕਾਰਾਂ ਦੀ ਕਾਲਖ ਤੋਂ, ਤੇ ਉਹ ਆਪਣਾ ਜੀਵਨ ਸਫਲ ਕਰ ਲੈਂਦੇ ਨੇ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਕਲਯੁਗੀ ਜੀਵਾਂ ਲਈ ਇਹ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਅੰਦਰ ਇਹ ਸ਼ਲੋਕ ਬੜਾ ਨਿਚੋੜ ਰੂਪੀ ਬਖਸ਼ਿਆ ਹੈ। ਇਹਦਾ ਅਸੀਂ ਰੋਜ਼ ਪਾਠ ਕਰਦੇ ਹਾਂ, ਪਰ ਬੇਧਿਆਨੀ ਨਾਲ ਕਰਦੇ ਹਾਂ, ਕਿੰਨੀਆਂ ਹੀ ਗਲਤੀਆਂ ਕਰ ਜਾਂਦੇ ਹਾਂ। ਵਾਚੇ ਨੂੰ ਵਾਜੇ ਪੜ੍ਹਦੇ ਹਾਂ, ਕੇ ਨੇੜੇ ਕੇ ਦੂਰ ਨੂੰ ਕਿਆ ਨੇੜੇ ਕਿਆ ਦੂਰ ਪੜ੍ਹਦੇ, ਕਿਉਂਕਿ ਸਿਰਫ ਰੂਟੀਨ ਤੌਰ 'ਤੇ, ਫਾਰਮੈਲਿਟੀ ਤੌਰ 'ਤੇ ਪੜ੍ਹੀ ਜਾ ਰਹੇ ਹਾਂ। ਜੇ ਵਿਚਾਰ ਕੇ ਪੜ੍ਹੀਏ ਤਾਂ ਜੀਵਨ ਨੂੰ ਸੇਧ ਪ੍ਰਾਪਤ ਹੁੰਦੀ ਹੈ। ਤਾਂ ਇੱਥੇ ਇਹਨਾਂ ਸ਼ਲੋਕਾਂ ਦੀ ਤਥਾ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਸੰਪੂਰਨ ਹੋਈ ਜੀ।